सतनाम श्री वाहिगुरु साहिब जी। ब्रह्म ज्ञानी सगल की रीना, आत्म रस ब्रह्म ज्ञानी चीना। ब्रह्म ज्ञानी की सब ऊपर मया, ब्रह्म ज्ञानी ते कछ बुरा ना पया। ब्रह्म ज्ञानी सदा समदर्शी, ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता, ब्रह्म ज्ञानी की निर्मल जुगता। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। मेहरां दे साईं धन धन सतगुरु श्री गुरु ग्रंथ साहिब जी महाराज सच्चे पातशाह। आओ सतगुरु दे पावन चरनां दा ओट आसरा लईए जी ਅਤੇ ਸਤਕਾਰ ਪ੍ਰੇਮ ਨਾਲ ਦਸ਼ਮੇਸ਼ ਪਾਤਸ਼ਾਹ श्री गुरु गोबिंद सिंह जी महाराज ਵੱਲੋਂ ਅਸੀਸਾਂ ਨਾਲ ਭਰੀ ਹੋਈ ਪਾਵਨ ਗੁਰੂ ਫਤਿਹ ਸਾਂਝੀ ਕਰੀਏ ਜੀ। ਸਭੇ ਹੀ ਸਤਕਾਰ ਪ੍ਰੇਮ ਨਾਲ ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਹੁਤ ਹੀ ਪਿਆਰੀ ਪਾਵਨ ਬਾਣੀ ਸੁਖਮਨੀ ਸਾਹਿਬ ਦੀ ਅਸੀਂ ਵਿਚਾਰ ਕਰ ਰਹੇ ਹਾਂ। ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੀ ਲਿਖੀ ਇਸ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਇਆਂ ਅਸੀਂ 8ਵੀਂ ਅਸ਼ਟਪਦੀ ਦੀ ਤੀਸਰੀ ਪੌੜੀ ਤੱਕ ਪਹੁੰਚੇ ਹਾਂ, ਜਿਹਦੀ ਵਿਚਾਰ ਸਤਿਗੁਰੂ ਦੀ ਕਿਰਪਾ ਨਾਲ ਅਸੀਂ ਕਰਨੀ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਸ ਸਾਰੀ ਅਸ਼ਟਪਦੀ ਦੇ ਵਿੱਚ ਪਰਮਾਤਮਾ ਨਾਲ ਜੁੜੇ ਹੋਏ ਇਨਸਾਨ ਦਾ ਜ਼ਿਕਰ ਕੀਤਾ ਹੈ ਤੇ ਨਾਲ ਇਹ ਵੀ ਦੱਸਿਆ ਹੈ ਕਿ ਜਦੋਂ ਕੋਈ ਇਨਸਾਨ ਵਾਹਿਗੁਰੂ ਨਾਲ ਜੁੜ ਜਾਂਦਾ ਹੈ ਤਾਂ ਉਹਦੇ ਜੀਵਨ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਉਂਦਾ ਹੈ। ਕਿਉਂਕਿ ਜੀਵਨ ਤਾਂ ਬਦਲਦਾ ਹੀ ਹੈ ਇਨਸਾਨ ਦਾ, ਪਰ ਬਦਲਦਾ ਉਹ ਕਿੱਦਾਂ ਦਾ ਆਉਂਦਾ ਹੈ, ਬਦਲਦਾ ਕਿਵੇਂ ਹੈ। ਜਦੋਂ ਅਸੀਂ ਪੁਰਾਤਨ ਸਿੰਘਾਂ ਦਾ ਆਪਣਾ ਜੀਵਨ ਦੇਖਦੇ ਹਾਂ ਤੇ ਉਹਨਾਂ ਦੇ ਜੀਵਨ ਦੇ ਵਿੱਚੋਂ ਗੁਰਬਾਣੀ ਦੀ ਅਸਲ ਵਿਆਖਿਆ ਨਿਕਲ ਕੇ ਬਾਹਰ ਆਉਂਦੀ ਹੈ। ਜਦੋਂ ਅਸੀਂ ਉਹਨਾਂ ਗੁਰਸਿੱਖਾਂ ਦਾ ਜੀਵਨ ਧਿਆਨ ਨਾਲ ਦੇਖਦੇ ਹਾਂ ਤਾਂ ਪ੍ਰੈਕਟੀਕਲ ਰੂਪ ਦੇ ਵਿੱਚ ਉਹਨਾਂ ਨੇ ਪਾਵਨ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਉਤਾਰ ਲਿਆ ਸੀ। ਕੱਲਾ ਇਹ ਨਹੀਂ ਵੀ ਉਹ ਪੜ੍ਹਨ ਤੱਕ ਸੀਮਤ ਹੋ ਗਏ, ਕੱਲਾ ਇਹ ਨਹੀਂ ਵੀ ਉਹਨਾਂ ਨੇ ਪੜ੍ਹਿਆ ਹੀ ਗੁਰਬਾਣੀ ਨੂੰ ਜਾਂ ਮੱਥੇ ਹੀ ਟੇਕੇ ਗੁਰੂ ਨੂੰ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਾਵਨ ਬਾਣੀ ਦੇ ਇੱਕ ਇੱਕ ਲਫ਼ਜ਼ ਨੂੰ, ਇੱਕ ਇੱਕ ਸ਼ਬਦ ਨੂੰ ਬਹੁਤ ਗਹਿਰਾਈ ਨਾਲ ਅਪਣਾਇਆ ਔਰ ਆਪਣੇ ਜੀਵਨ ਦੇ ਅੰਦਰ ਉਸ ਨੂੰ ਜਗ੍ਹਾ ਦਿੱਤੀ, ਉਤਾਰਿਆ। ਉਹਦੇ ਨਾਲ ਕੀ ਹੋਇਆ ਕਿ ਉਹਨਾਂ ਦੇ ਪ੍ਰਭਾਵ ਦੇ ਵਿੱਚ ਜਿਵੇਂ ਜਿਵੇਂ ਲੋਕ ਆਉਂਦੇ ਗਏ ਤਿਵੇਂ ਤਿਵੇਂ ਸਿੱਖੀ ਦਾ ਜਿਹੜਾ ਸੀ ਉਹ ਵਾਧਾ ਹੁੰਦਾ ਗਿਆ। ਜਿਨ੍ਹਾਂ ਨੇ ਉਹਨਾਂ ਨੂੰ ਵੇਖਿਆ, ਉਹਨਾਂ ਦਾ ਜੀਵਨ ਦੇਖਿਆ, ਉਹਨਾਂ ਨੂੰ ਵੀ ਗੁਰਸਿੱਖੀ ਦੇ ਨਾਲ ਪਿਆਰ ਹੁੰਦਾ ਗਿਆ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹੀ ਗੱਲ ਅੱਜ ਕਹੀ ਹੈ, ਕਿਉਂਕਿ ਇੱਕ ਨਾ ਬੜਾ ਵੱਡਾ ਭਰਮ ਭੁਲੇਖਾ ਹੈ ਧਰਮ ਦੀ ਦੁਨੀਆ ਦੇ ਵਿੱਚ। ਕੋਈ ਵੀ ਬੰਦਾ ਆਪਣੇ ਆਪ ਨੂੰ ਰੱਬ, ਬ੍ਰਹਮ ਗਿਆਨੀ, ਸੰਤ, ਮਹਾਨ, ਮਹਾਂਪੁਰਸ਼ ਐਸੇ ਸ਼ਬਦਾਂ ਦੇ ਨਾਲ ਸ਼ਿੰਗਾਰਨਾ ਸ਼ੁਰੂ ਕਰ ਦਿੰਦਾ ਹੈ। ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਇਹ ਆਖਿਆ ਵੀ ਬ੍ਰਹਮ ਗਿਆਨੀ ਹੁੰਦਾ ਕੌਣ ਹੈ, ਸੰਤ ਹੁੰਦਾ ਕੌਣ ਹੈ, ਸਾਧ ਹੁੰਦਾ ਕੌਣ ਹੈ। ਇਸ ਚੀਜ਼ ਨੂੰ ਆਪਾਂ ਸਨਮੁਖ ਰੱਖ ਕੇ ਚੱਲਣਾ। ਜਦੋਂ ਅਸੀਂ ਆਪਣੇ ਗੁਰੂ ਨਾਲ ਕਨੈਕਟ ਹੁੰਦੇ ਹਾਂ, ਆਪਣੇ ਗੁਰੂ ਨਾਲ ਆਪਣੇ ਦਿਲ ਤੋਂ ਜੁੜਦੇ ਹਾਂ ਤੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀ ਰੰਗਤ ਲੱਗਦੀ ਹੈ, ਕਿਸ ਤਰ੍ਹਾਂ ਦਾ ਬਦਲਾਅ ਆਉਂਦਾ ਹੈ। ਸੰਪੂਰਨ ਅਸ਼ਟਪਦੀ ਦੇ ਇੱਕ ਇੱਕ ਲਫ਼ਜ਼ ਵਿੱਚ ਇਸ ਗੱਲ ਨੂੰ ਸਮਝਾਇਆ ਗਿਆ ਔਰ ਅਸੀਂ ਉਸ ਨੂੰ ਆਪਣੇ ਜੀਵਨ ਵਿੱਚ ਉਤਾਰਨਾ। ਜਦੋਂ ਉਤਰ ਗਈ ਸਮਝ ਲਿਓ ਸਾਡਾ ਜਿਹੜਾ ਜੀਵਨ ਹੈ ਉਹ ਬਾਬਾ ਬੁੱਢਾ ਸਾਹਿਬ ਵਰਗਾ ਬਣ ਜਾਏਗਾ। ਸਮਝ ਲਿਓ ਸਾਡਾ ਜੀਵਨ ਭਾਈ ਗੁਰਦਾਸ ਸਾਹਿਬ ਵਰਗਾ ਬਣ ਜਾਏਗਾ। ਸਮਝ ਲਿਓ ਅਸੀਂ ਸੱਚੇ ਦਿਲ ਤੋਂ ਗੁਰੂ ਦੇ ਸਿੱਖ ਬਣ ਜਾਵਾਂਗੇ ਜੇ ਅਸੀਂ ਉਸ ਗੱਲ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਤਾਂ। ਕੱਲਾ ਅਸੀਂ ਨਾਮ ਦੇ ਸਿੱਖ ਥੋੜ੍ਹੀ ਬਣਨਾ, ਕੱਲਾ ਅਸੀਂ ਪਹਿਰਾਵੇ ਦੇ ਸਿੱਖ ਥੋੜ੍ਹੀ ਬਣਨਾ। ਅਸੀਂ ਪਹਿਰਾਵੇ ਦੇ ਨਾਲ ਨਾਲ, ਬਾਣੇ ਦੇ ਨਾਲ ਨਾਲ ਬਾਣੀ ਦੇ ਸਿੱਖ ਵੀ ਬਣਨਾ, ਬਾਣੀ ਨੂੰ ਵੀ ਆਪਣੇ ਜੀਵਨ ਵਿੱਚ ਉਤਾਰਨਾ। ਜਿਵੇਂ ਕੱਲਾ ਕੁਰਲੀਆਂ ਕਰਨ ਨਾਲ ਪਿਆਸ ਨਹੀਂ ਨਾ ਕਿਸੇ ਇਨਸਾਨ ਦੀ ਬੁੱਝਦੀ, ਐਨ ਇਸੇ ਤਰ੍ਹਾਂ ਪਿਆਰਿਓ ਗੁਰਬਾਣੀ ਨੂੰ ਨਿਰਾ ਪੜ੍ਹਨਾ ਨਹੀਂ, ਗੁਰਬਾਣੀ ਨੂੰ ਉਤਾਰਨਾ ਵੀ ਆਪਣੇ ਜੀਵਨ ਵਿੱਚ। ਫਿਰ ਉਹਦੇ ਨਾਲ ਸਾਡੇ ਜੀਵਨ ਵਿੱਚ ਰੰਗਤ ਲੱਗਦੀ ਹੈ, ਅਸੀਂ ਗੁਰੂ ਨੂੰ ਆਪਣੇ ਦਿਲ ਤੋਂ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਤਿਗੁਰੂ ਜੀ ਨੇ ਅੱਜ ਆਖਿਆ, ਕਹਿੰਦੇ ਬ੍ਰਹਮ ਗਿਆਨੀ ਸਗਲ ਕੀ ਰੀਨਾ। ਰੀਨਾ ਦਾ ਮਤਲਬ ਹੁੰਦਾ ਖਾਕ, ਮਿੱਟੀ। ਜਿਸ ਬੰਦੇ ਨੂੰ ਪਰਮਾਤਮਾ ਦੇ ਦਰ ਦਾ ਗਿਆਨ ਹੋ ਜਾਏ ਉਹ ਇਨਸਾਨ
ਦੂਜਿਆਂ ਦੇ ਚਰਨਾਂ ਦੀ ਖਾਕ ਬਣ ਜਾਂਦਾ ਹੈ, ਭਾਵ ਉਹ ਇਨਸਾਨ ਨਿਮਰਤਾਵਾਨ ਹੋ ਜਾਂਦਾ ਹੈ। ਦੇਖੋ, ਨਿਮਰਤਾ ਇਨਸਾਨ ਦੀ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ, ਇਹਦੇ ਤੋਂ ਬਗੈਰ ਇਨਸਾਨ ਵੀ ਹੋਣਾ ਹੀ ਹੈ। ਗੁਰੂ ਰਾਮਦਾਸ ਸਾਹਿਬ ਨੇ ਆਪਣੇ ਵੱਡੇ ਸਪੁੱਤਰ ਪ੍ਰਿਥੀ ਚੰਦ ਨੂੰ ਝਿੜਕਿਆ, ਬੜੀ ਵਾਰ ਵਰਜਿਆ, ਪ੍ਰਿਥੀ ਚੰਦ ਤੇਰੇ 'ਚ ਨਿਮਰਤਾ ਨਹੀਂ ਹੈ, ਤੇਰੇ 'ਚ ਹੰਕਾਰ ਹੈ। ਹੰਕਾਰ ਇੱਕ ਐਸੀ ਬਿਮਾਰੀ ਹੈ ਜਿਹੜੀ ਇਨਸਾਨ ਨੂੰ ਲੈ ਬਹਿੰਦੀ ਹੈ। ਜਿਉਂਦਿਆਂ ਜੀ ਬੰਦਾ ਆਪਣੇ ਆਪ ਨੂੰ ਇੰਨਾ ਮਹਾਨ ਸਮਝਣਾ ਸ਼ੁਰੂ ਕਰ ਦਿੰਦਾ, ਉਹ ਦੂਜਿਆਂ ਨੂੰ ਆਪਣੇ ਪੈਰਾਂ ਦੀ ਮਿੱਟੀ ਸਮਝਦਾ, ਦੂਜਿਆਂ ਨੂੰ ਆਪਣੇ ਪੈਰਾਂ ਦੀ ਖਾਕ ਸਮਝਦਾ ਹੈ। ਉਹ ਕਦੇ ਕਿਸੇ ਦੀ ਰਿਸਪੈਕਟ, ਕਦੀ ਕਿਸੇ ਦਾ ਸਤਿਕਾਰ ਨਹੀਂ ਕਰਦਾ, ਕਿਉਂਕਿ ਉਹਨੂੰ ਇੱਕ ਭੁਲੇਖਾ ਹੋ ਜਾਂਦਾ ਵੀ ਮੈਂ ਸਭ ਤੋਂ ਮਹਾਨ ਹਾਂ, ਮੈਂ ਸਭ ਤੋਂ ਉੱਚ ਹਾਂ। ਬਾਬਾ ਕਬੀਰ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਵੇਖੋ ਸਪਸ਼ਟ ਸ਼ਬਦ ਲਿਖੇ ਨੇ, ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਕਾਹਦਾ ਹੰਕਾਰ ਕਰਦਾ? ਉੱਚੀ ਨੀਵੀਂ ਜਾਤ ਦੇ ਆਧਾਰ ਤੇ ਕਾਹਦਾ ਹੰਕਾਰ ਕਰਦਾ ਵੀ ਮੈਂ ਸ਼ੂਦਰ ਹਾਂ ਤੇ ਤੂੰ ਉੱਚੀ ਜਾਤ ਵਾਲਾ ਹੈ? ਕੀ ਤੇਰੇ ਵਿੱਚ ਲਹੂ ਦੀ ਜਗ੍ਹਾ ਤੇ ਦੁੱਧ ਵਸਦਾ? ਕਿ ਤੇਰੇ ਵਿੱਚ ਦੁੱਧ ਚੱਲ ਰਿਹਾ? ਚੱਲ ਤਾਂ ਸਾਡੇ ਵਿੱਚ ਵੀ ਲਹੂ ਹੀ ਰਿਹਾ, ਖੂਨ ਹੀ ਰਿਹਾ, ਤੇਰੇ ਵਿੱਚ ਵੀ ਖੂਨ ਰਿਹਾ। ਜਿੱਦਾਂ ਦੀ ਹਵਾ ਤੂੰ ਲੈ ਰਿਹਾ ਉੱਦਾਂ ਦੀ ਮੈਂ, ਜਿੱਦਾਂ ਦੇ ਰਸਤੇ ਤੂੰ ਸੰਸਾਰ 'ਚ ਆਇਆ ਉੱਦਾਂ ਦੇ ਰਸਤੇ ਮੈਂ ਆਇਆ। ਫਿਰ ਤੂੰ ਕਿੱਦਾਂ ਮਹਾਨ ਹੋ ਗਿਆ ਤੇ ਮੈਂ ਸ਼ੂਦਰ ਕਿੱਦਾਂ ਹੋ ਗਿਆ, ਦੱਸ? ਇਸ ਹੰਕਾਰ ਨੂੰ ਗੁਰਬਾਣੀ 'ਚ ਤੋੜਿਆ ਗਿਆ ਤੇ ਸਤਿਗੁਰੂ ਨੇ ਆਪਣੀ ਪਾਵਨ ਬਾਣੀ 'ਚ ਕਿਹਾ, ਜਦੋਂ ਤੱਕ ਤੁਹਾਡੇ ਅੰਦਰ ਹੰਕਾਰ ਹੈ ਉਦੋਂ ਤੱਕ ਤੁਸੀਂ ਮੇਰੇ ਕੋਲ ਬੈਠਣ ਦੇ ਲਾਇਕ ਹੀ ਨਹੀਂ। ਤੁਸੀਂ ਮੇਰੇ ਨਾਲ ਉਦੋਂ ਹੀ ਜੁੜ ਸਕਦੇ ਹੋ ਜਦੋਂ ਤੁਹਾਡੇ ਅੰਦਰ ਨਿਮਰਤਾ ਆ ਗਈ, ਤੁਹਾਡੇ ਜੀਵਨ ਵਿੱਚੋਂ ਹੰਕਾਰ ਦੂਰ ਹੋ ਗਿਆ। ਵੇਖੋ, ਜਿਨ੍ਹਾਂ ਨੇ ਗੁਰਬਾਣੀ ਨੂੰ ਜੀਵਨ ਵਿੱਚ ਧਾਰਨ ਕੀਤਾ, ਅਸੀਂ ਕੱਲੀਆਂ ਬਖਤੋਈਆਂ ਕਰਨ ਤੱਕ ਸੀਮਤ ਨਾ ਹੋਈਏ, ਗਾਂਹ ਵੀ ਥੋੜਾ ਜਿਹਾ ਜਾਈਏ। ਗੁਰਬਾਣੀ ਪੜ੍ਹ ਕੇ ਵੇਖ ਲਓ, ਇਤਿਹਾਸ ਪੜ੍ਹ ਕੇ ਵੇਖ ਲਓ। ਸਤਿਗੁਰੂ ਨੇ ਹਰ ਇੱਕ ਜਗ੍ਹਾ ਤੇ ਆਖਿਆ ਕਿ ਨਹੀਂ ਭਾਈ, ਹੰਕਾਰ ਦੇ ਕਾਰਨ ਇਨਸਾਨ ਦੀ ਮੱਤ ਮਾਰੀ ਜਾਂਦੀ ਹੈ, ਹੰਕਾਰ ਦੇ ਕਾਰਨ ਇਨਸਾਨ ਰੱਬ ਤੋਂ ਦੂਰ ਹੋ ਜਾਂਦਾ ਹੈ, ਹੰਕਾਰ ਦੇ ਕਾਰਨ ਇਨਸਾਨ ਆਪਣੇ ਜੀਆਂ ਤੋਂ ਵੀ ਦੂਰ ਹੋ ਜਾਂਦਾ। ਕਈ ਸਾਲ ਤੱਕ ਅਸੀਂ ਇੱਕ ਦੂਜੇ ਨੂੰ ਨਹੀਂ ਬੁਲਾਉਂਦੇ, ਕਈ ਰਿਸ਼ਤੇ, ਪਿਆਰੇ ਪਿਆਰੇ ਰਿਸ਼ਤੇ ਸਾਥੋਂ ਦੂਰ ਹੋ ਜਾਂਦੇ ਨੇ, ਵਿਛੜ ਜਾਂਦੇ ਨੇ, ਕੇਵਲ ਇੱਕ ਹੰਕਾਰ ਕਰਕੇ। ਅਸੀਂ ਆਪਣੇ ਆਪ ਦੀ ਆਕੜ ਵਿੱਚ ਬੈਠੇ ਰਹਿੰਦੇ, ਨਹੀਂ ਜੀ ਅਸੀਂ ਮਹਾਨ ਹਾਂ, ਆਪਾਂ ਕਿਉਂ ਕਿਸੇ ਨੂੰ ਬੁਲਾਈਏ, ਅਸੀਂ 4 ਪੈਸਿਆਂ ਵਾਲੇ ਹਾਂ, ਅਸੀਂ ਬੜੇ ਵੱਡੇ ਬੰਦੇ ਹੋ ਗਏ। ਨਹੀਂ, ਐਸਾ ਕੋਈ ਨਹੀਂ ਜੇ। ਮਹਾਰਾਜਾ ਰਣਜੀਤ ਸਿੰਘ ਨੇ ਗਲਤੀ ਕੀਤੀ, ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਸਜ਼ਾ ਲਾਈ। ਅਗਲੇ ਸਜ਼ਾ ਆਪਣੀ ਲਵਾ ਕੇ ਤੇ ਸਜ਼ਾ ਨੂੰ ਸਾਬਤ ਕਰਨ ਦੇ ਲਈ ਵੀ ਦਰਬਾਰ ਸਾਹਿਬ ਵਿੱਚ ਪਹੁੰਚ ਗਏ ਨੇ। ਕੋਰੜਿਆਂ ਦੀ ਸਜ਼ਾ ਲਾਈ ਗਈ ਸੀ ਉਹਨਾਂ ਨੂੰ। ਤੇ ਅੱਜ ਦਾ ਸਾਡਾ ਜੀਵਨ ਦੇਖ ਲਓ ਤੁਸੀਂ, ਅੱਜ ਅਸੀਂ ਅਕਾਲ ਤਖਤ ਸਾਹਿਬ ਤੋਂ ਹੀ ਬਾਗੀ ਹੁੰਦੇ ਜਾਂਦੇ। ਗੁਰੂ ਸਾਹਿਬ ਨੇ ਆਪਣੀ ਪਾਵਨ ਬਾਣੀ ਵਿੱਚ ਇਹ ਗੱਲ ਆਖੀ, ਪਿਆਰਿਆ ਜੇਕਰ ਤੂੰ ਪ੍ਰਮਾਤਮਾ ਨਾਲ ਜੁੜ ਜਾਣਾ ਹੈ ਤਾਂ ਤੇਰੇ ਜੀਵਨ ਵਿੱਚ ਨਿਮਰਤਾ ਆਉਂਦੀ ਹੈ, ਨਿਮਰਤਾ ਦਾ ਵਾਸਾ ਹੁੰਦਾ ਹੈ ਤੇ ਨਿਮਰਤਾ ਨਿਵਣਾ ਸਿਖਾਉਂਦੀ ਹੈ। ਤੇ ਜਿਹੜਾ ਨਿਵ ਜਾਏ ਉਹਦੇ ਅੰਦਰ ਮਾਲਕ ਬਹੁਤ ਰਹਿਮਤਾਂ ਕਰ ਦਿੰਦਾ ਹੈ। ਹੁਣ ਇੱਕ ਗੱਲ ਹੋਰ ਵੀ ਦੱਸ ਦੇਵਾਂ, ਨਿਮਰਤਾ ਦਾ ਇਹ ਵੀ ਮਤਲਬ ਨਹੀਂ ਕਿ ਕੋਈ ਤੁਹਾਡੀ ਪੱਗ ਨੂੰ ਹੱਥ ਪਾਏ ਤੇ ਤੁਸੀਂ ਨਿਵੋ, ਨਹੀਂ। ਕੋਈ ਤੁਹਾਡੀ ਇੱਜ਼ਤ ਨੂੰ ਹੱਥ ਪਾਏ ਤੇ ਤੁਸੀਂ ਨਿਵੋ, ਨਹੀਂ। ਕੋਈ ਤੁਹਾਡੀ ਬਹੂ ਬੇਟੀ ਨੂੰ ਹੱਥ ਪਾਏ ਤੇ ਤੁਸੀਂ ਨਿਵੋ, ਗਲਤ ਹੈ। ਕੋਈ ਤੁਹਾਡੇ ਹੱਕ ਮਾਰੇ ਤੇ ਤੁਸੀਂ ਹੱਥ ਜੋੜ ਕੇ ਖੜੇ ਹੋ, ਗਲਤ ਹੈ। ਇਹ ਰੱਬ ਦਾ ਭਾਣਾ ਨਹੀਂ ਹੈ। ਇਹ ਮਤ ਸਮਝੋ ਰੱਬ ਕਰ ਰਿਹਾ ਹੈ। ਇੱਥੇ ਸਤਿਗੁਰੂ ਨੇ ਇਹ ਵੀ ਕਿਹਾ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਇੱਥੇ ਨਿਮਰਤਾ ਦੀ ਗੱਲ ਨਹੀਂ ਹੈਗੀ। ਨਿਮਰਤਾ ਗੁਣ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਨਿਮਾਣਾ ਦੱਸਣਾ, ਹੰਕਾਰ ਰਹਿਤ ਰਹਿਣਾ, ਪਰ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਬੋਲਣਾ, ਇਹ ਯਾਦ ਰੱਖਿਓ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਪਾਵਨ ਬਾਣੀ 'ਚ ਸਪਸ਼ਟ ਲਿਖਿਆ ਹੈ ਕਿ ਜਿਹੜਾ ਰੱਬ ਨੂੰ ਪਿਆਰ ਕਰਦਾ ਹੈ ਨਾ ਇਨਸਾਨ, ਉਹ ਨਾ ਡਰਦਾ ਹੈ ਨਾ ਡਰਾਉਂਦਾ ਹੈ। ਕਿਉਂਕਿ ਡਰਦਾ ਉਹੀ ਹੈ ਜਿਹੜਾ ਪਾਪੀ ਹੋਵੇ। ਜਿਹੜਾ ਰੱਬ ਨੂੰ ਪਿਆਰ ਕਰਦਾ ਹੋਵੇ ਦਿਲ ਤੋਂ, ਉਹਦੇ ਅੰਦਰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ। ਸੋ ਪਿਆਰਿਓ, ਜੇ ਅਸੀਂ ਮਾਲਕ ਨਾਲ ਜੁੜੇ ਹਾਂ, ਅਸੀਂ ਜਿਉਂ-ਜਿਉਂ ਭਰਦੇ ਜਾਂਦੇ ਨਾ ਗੁਣਾਂ ਦੇ ਨਾਲ, ਤਿਉਂ-ਤਿਉਂ ਸਾਡੇ ਜੀਵਨ 'ਚ ਨਿਮਰਤਾ ਆਉਂਦੀ ਹੈ। ਜਿਨ੍ਹਾਂ ਦੇ ਅੰਦਰ ਗੁਣ ਨਹੀਂ ਨਾ ਹੁੰਦੇ, ਜਿਨ੍ਹਾਂ ਦੇ ਅੰਦਰ ਕੱਖ ਨਹੀਂ ਨਾ ਹੁੰਦਾ, ਉਹ ਖਾਲੀ ਘੜੇ ਹੁੰਦੇ ਨੇ, ਉਹ ਖੜਕਦੇ ਹੀ ਰਹਿੰਦੇ ਨੇ, ਜਾਂ ਕਈ ਵਾਰ ਨਾ ਛੇਤੀ ਭਰ ਜਾਂਦੇ ਨੇ, ਉਹ ਖਤਮ ਹੀ ਹੋ ਜਾਂਦੇ ਨੇ ਫਿਰ। ਪਰ ਜਿਹੜੇ ਰੱਬ ਨੂੰ ਪਿਆਰ ਕਰਨ ਵਾਲੇ ਹੁੰਦੇ ਨੇ, ਉਹ ਸਬਰ ਸੰਤੋਖ ਮਈ ਬਿਰਤੀ ਦੇ ਮਾਲਕ ਹੁੰਦੇ ਨੇ। ਉਹ ਇਕੱਲਾ ਪਿਆਰ ਹੀ ਨਹੀਂ ਕਰਦੇ ਨੇ, ਉਹ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਉਸ ਪਿਆਰ ਦਾ ਇਜ਼ਹਾਰ ਵੀ ਕਰਦੇ ਨੇ।
ਉਹ ਕੱਲਾ ਰੱਬ ਨਾਲ ਜੁੜੇ ਨਹੀਂ ਹੁੰਦੇ ਨੇ, ਉਹ ਸੰਸਾਰ ਨਾਲ ਵੀ ਜੁੜੇ ਹੁੰਦੇ ਨੇ। ਰੱਬ ਤੇ ਸੰਸਾਰ ਇਹ ਦੋਨਾਂ ਨੂੰ ਨਾਲ ਲੈ ਕੇ ਚੱਲਦੇ ਨੇ, ਕਾਦਰ ਅਤੇ ਕੁਦਰਤ ਦਾ ਪੱਲਾ ਪਕੜ ਕੇ ਰੱਖਦੇ ਨੇ। ਸੋ ਕਾਦਰ ਨਾਲ ਜੁੜ ਕੇ ਕੁਦਰਤ ਨੂੰ ਨਹੀਂ ਛੱਡਣਾ, ਕੁਦਰਤ ਵੀ ਹੋਣੀ ਚਾਹੀਦੀ ਹੈ, ਕਾਦਰ ਵੀ ਹੋਣਾ ਚਾਹੀਦਾ। ਸੋ ਮਾਲਕ ਨਾਲ ਜੁੜਨਾ ਹੈ, ਲੇਕਿਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਖੁਦ ਨੂੰ ਹੰਕਾਰ ਦੇ ਵੱਸ ਨਹੀਂ ਪਾਉਣਾ। ਜੇ ਹੰਕਾਰ ਦੇ ਵੱਸ ਵਿੱਚ ਪੈ ਗਏ ਤੇ ਕਦੇ ਵੀ ਤੁਸੀਂ ਰੱਬ ਦੀ ਕਿਰਪਾ, ਰੱਬ ਦੀ ਰਹਿਮਤ ਦੇ ਮਾਲਕ ਨਹੀਂ ਬਣ ਪਾਓਗੇ। ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਨੇ ਆਤਮਕ ਆਨੰਦ ਨੂੰ ਪਹਿਚਾਨ ਲਿਆ ਹੈ। ਆਤਮਕ ਆਨੰਦ, ਅਸੀਂ ਸੁੱਖਾਂ ਦੇ ਪਿੱਛੇ ਰਾਤ ਦਿਨ ਭੱਜਦੇ ਹਾਂ, ਸੁੱਖ ਸਾਡੇ ਪਿੱਛੇ ਪਿੱਛੇ ਹੁੰਦੇ ਨੇ, ਅਸੀਂ ਪਿੱਛੇ ਪਿੱਛੇ ਉਹਨਾਂ ਦੇ ਦੌੜ ਲਾਉਣੇ ਆ, ਪਰ ਸਾਡੇ ਹੱਥ 'ਚ ਨਹੀਂ ਆਉਂਦੇ ਭਲਾ। ਕਿਉਂ? ਕਿਉਂਕਿ ਅਸੀਂ ਪਰਛਾਵਾਂ ਫੜਨ ਦੀ ਕੋਸ਼ਿਸ਼ ਕਰਦੇ ਹਾਂ। ਕਦੀ ਕਿਸੇ ਕੋਲ ਪਰਛਾਵਾਂ ਹੀ ਫੜ ਹੋਇਆ? ਨਹੀਂ। ਇੱਕ ਸਿਆਣੇ ਬੰਦੇ ਨੇ ਕਿਹਾ ਸੀ ਨਾ ਕਿ ਬੱਚੇ ਨੂੰ, ਪੁੱਤਰਾ ਪਰਛਾਵਾਂ ਫੜ ਰਹੇ ਆ, ਇਹ ਨਹੀਂ ਫੜ ਹੋਣਾ। ਉਹ ਰੋਈ ਜਾਂਦਾ ਸੀ, ਸਵੇਰ ਦਾ ਲੱਗਾ ਮੇਰਾ ਪਰਛਾਵਾਂ ਮੇਰੇ ਹੱਥ ਵਿੱਚ ਆ ਜਾਏ, ਨਹੀਂ ਆ ਰਿਹਾ ਸੀ, ਆਉਣਾ ਵੀ ਨਹੀਂ ਹੈ, ਯਾਦ ਰੱਖਿਓ। ਕਿਉਂਕਿ ਉਹ ਪਰਛਾਵਾਂ ਵੱਖ ਨਹੀਂ ਹੈ ਤੁਹਾਤੋਂ, ਉਹ ਤੁਹਾਡਾ ਇੱਕ ਸਰੂਪ ਹੈ। ਸਿਰਫ ਤੁਹਾਨੂੰ ਭੁਲੇਖਾ ਹੈ ਉਹ ਵੱਖਰਾ ਹੈ ਤੇ ਤੁਸੀਂ ਵੱਖਰੇ ਹੋ, ਤੁਸੀਂ ਹੋ ਤੇ ਤਾਂ ਹੀ ਪਰਛਾਵਾਂ ਹੈ। ਮਾਲਕ ਨੇ, ਸੱਚੇ ਪਾਤਸ਼ਾਹ ਨੇ ਸਿੱਖ ਨੂੰ ਪਰਛਾਵੇਂ ਪਿੱਛੇ ਨਹੀਂ ਦੌੜਨ ਨੂੰ ਕਿਹਾ, ਸੁੱਖਾਂ ਦੇ ਪਿੱਛੇ ਦੌੜਨ ਨੂੰ ਨਹੀਂ ਕਿਹਾ। ਸਤਿਗੁਰ ਨੇ ਕਿਹਾ, ਸਿੱਖਾ ਮਾਲਕ ਦੀ ਪ੍ਰਾਪਤੀ ਕਰ, ਜਿਹੜਾ ਸੁੱਖ ਦੇਣ ਵਾਲਾ, ਆਨੰਦ ਦੇਣ ਵਾਲਾ ਵਾਹਿਗੁਰੂ ਹੈ, ਉਹਦੀ ਪ੍ਰਾਪਤੀ ਕਰ ਲਾ। ਆਹ ਦੁਨੀਆ ਭਰ ਦੇ ਸੁੱਖ ਤੇਰੇ ਸਾਰੇ ਕਦਮਾਂ ਵਿੱਚ ਹੋਣਗੇ, ਤੂੰ ਤਾਂ ਐਵੇਂ ਸੁੱਖਾਂ ਦੇ ਪਿੱਛੇ ਦੌੜਦਾ ਫਿਰਦਾ ਤੇ ਰੋਣਾ ਫਿਰਦਾ ਰਾਤ ਦਿਨ। ਕਿਤੇ ਜਾਣ ਦੀ ਤੈਨੂੰ ਜ਼ਰੂਰਤ ਨਹੀਂ, ਸਭ ਕੁਝ ਤੇਰੇ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਪ੍ਰੋਵਾਈਡ ਕਰਾਇਆ ਹੋਇਆ, ਤੂੰ ਤਾਂ ਐਵੇਂ ਬਾਹਰ ਧੱਕੇ ਖਾਂਦਾ ਫਿਰਦਾ। ਪਰ ਜਿਨ੍ਹਾਂ ਨੂੰ ਇਸ ਚੀਜ਼ ਦੀ ਪਛਾਣ ਹੋ ਜਾਂਦੀ ਹੈ ਉਹ ਕਦੇ ਵੀ ਮਾਲਕ ਤੋਂ ਦੂਰ ਨਹੀਂ ਜਾਂਦੇ, ਪਰ ਜਿਨ੍ਹਾਂ ਨੂੰ ਪਛਾਣ ਨਹੀਂ ਹੁੰਦੀ ਉਹ ਮਾਲਕ ਦੇ ਨੇੜੇ ਹੁੰਦੇ ਵੀ ਮਾਲਕ ਤੋਂ ਦੂਰ ਹੋ ਜਾਂਦੇ ਨੇ। ਸਾਡਾ ਇਤਿਹਾਸ ਲਿਖਦਾ ਹੈ ਵੀ ਮੂਲੇ ਖੱਤਰੀ ਦੇ ਕੋਲ ਭਾਈ ਮਰਦਾਨਾ ਸਾਹਿਬ ਗਏ ਤੇ ਇੱਕ ਸੱਚ ਇੱਕ ਝੂਠ ਇਸ ਚੀਜ਼ ਦਾ ਪਤਾ ਕਰਨ ਦੇ ਲਈ, ਕਿਉਂਕਿ ਸਿਆਲਕੋਟ ਦਾ ਇੱਕ ਫਕੀਰ ਇਸ ਜਿੱਦ ਉੱਤੇ ਅੜ ਗਿਆ ਸੀ, ਮੈਂ ਪੂਰੇ ਸ਼ਹਿਰ ਨੂੰ ਹੀ ਖਤਮ ਕਰ ਦੇਣਾ। ਭਲਾ ਕਿਉਂ? ਕਿਉਂਕਿ ਸਾਰਾ ਸ਼ਹਿਰ ਜਿਹੜਾ ਝੂਠਿਆਂ ਦਾ। ਭਾਈ ਮਰਦਾਨਾ ਸਾਹਿਬ ਜਾ ਕੇ ਉਸ ਬੰਦੇ ਨੂੰ ਕਹਿੰਦੇ ਨੇ, ਪਿਆਰਿਆ ਇੱਕ ਆਨੇ ਦਾ ਸੱਚ, ਇੱਕ ਆਨੇ ਦਾ ਝੂਠ ਦੇ ਦੇ। ਵੇਖੋ ਕਿੰਨੀ ਵਧੀਆ ਗੱਲ। ਉਹਨੇ ਪਤਾ ਕੀ ਲਿਖਿਆ? ਮੂਲਾ ਖੱਤਰੀ ਬੜਾ ਸਿਆਣਾ ਇਨਸਾਨ ਸੀ, ਉਹਨੇ 2 ਪਰਚੀਆਂ ਲਈਆਂ, ਉਹਦੇ ਉੱਤੇ ਲਿਖਿਆ ਮਰਨਾ ਸੱਚ, ਜਿਉਣਾ ਝੂਠ। ਭਾਈ ਮਰਦਾਨਾ ਲੈ ਕੇ ਆ ਗਏ। ਜਿਸ ਟਾਈਮ ਭਾਈ ਮਰਦਾਨੇ ਨੇ ਜਾ ਕੇ ਗੁਰੂ ਨਾਨਕ ਸਾਹਿਬ ਨੂੰ ਪਰਚੀਆਂ ਦਿੱਤੀਆਂ ਤੇ ਸਤਿਗੁਰੂ ਨੇ ਪੀਰ ਦੇ ਸਾਹਮਣੇ ਰੱਖ ਦਿੱਤੀਆਂ। ਹਮਜਾ ਗਾਉਂ ਉਸ ਪੀਰ ਨੂੰ ਸਮਝਾਇਆ, ਪੀਰ ਜੀ ਨਹੀਂ, ਤੁਸੀਂ ਗਲਤ ਹੋ। ਜੇ ਇਸ ਸ਼ਹਿਰ ਦੇ ਵਿੱਚ ਮਾੜੇ ਲੋਕ ਨੇ, ਇਸ ਸ਼ਹਿਰ 'ਚ ਚੰਗੇ ਲੋਕ ਵੀ ਨੇ, ਜਿਨ੍ਹਾਂ ਨੇ ਰੱਬ ਦੀ ਪਹਿਚਾਣ ਕੀਤੀ, ਜਿਨ੍ਹਾਂ ਨੇ ਰੱਬ ਨੂੰ ਨੇੜਿਓਂ ਦੇਖਿਆ। ਸੋ ਪਿਆਰਿਓ, ਜਿਉਣਾ ਝੂਠ ਹੈ, ਮਰਨਾ ਸੱਚ ਹੈ। ਲੇਕਿਨ ਆਪ ਖੁਦ ਵੀ ਮੂਲਾ ਖੱਤਰੀ ਇਸ ਚੀਜ਼ ਨੂੰ ਲੰਮਾ ਟਾਈਮ ਪਾ ਕੇ ਭੁੱਲ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਜੀ ਆ ਕੇ ਉਹਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਮੂਲੇ ਖੱਤਰੀ ਦੀ ਵਾਈਫ ਆ ਕੇ ਕਹਿੰਦੀ, ਉਹਦੀ ਪਤਨੀ ਆ ਕੇ ਕਹਿੰਦੀ, ਮਹਾਰਾਜ ਉਹ ਤਾਂ ਘਰ ਵਿੱਚ ਨਹੀਂ। ਤੇ ਸਤਿਗੁਰੂ ਬੜੇ ਹੈਰਾਨ ਹੁੰਦੇ, ਕਹਿੰਦੇ ਘਰ ਦੇ ਅੰਦਰ ਹੋ ਕੇ ਵੀ ਕਹਿੰਦਾ ਮੈਂ ਘਰ ਵਿੱਚ ਨਹੀਂ। ਪਰ ਮੂਲੇ ਖੱਤਰੀ ਦੀ ਬਾਅਦ 'ਚ ਮੌਤ ਹੋ ਜਾਂਦੀ ਸੱਪ ਲੜਨ ਦੇ ਨਾਲ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹੀ ਗੱਲਾਂ ਸਾਨੂੰ ਆਪਣੇ ਜੀਵਨ ਵਿੱਚ ਸਮਝਾਈਆਂ ਨੇ ਕਿ ਅਸੀਂ ਜਿਸ ਚੀਜ਼ ਦੇ ਪਿੱਛੇ ਦੌੜਦੇ ਫਿਰਦੇ ਹਾਂ ਉਹ ਚੀਜ਼ ਝੂਠ ਹੈ, ਪਰ ਜੋ ਸੱਚ ਹੈ ਅਸੀਂ ਉਹਦੇ ਪਿੱਛੇ ਦੌੜ ਹੀ ਨਹੀਂ ਰਹੇ, ਉਹਦੇ ਵੱਲ ਅਸੀਂ ਅੱਖ ਪੁੱਟ ਕੇ ਵੀ ਜਿਹੜਾ ਉਹ ਵੇਖਣਾ ਸ਼ੁਰੂ ਨਹੀਂ ਕਰਦੇ। ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਰੱਬ ਨਾਲ ਜੁੜੇ ਹੋਏ ਇਨਸਾਨ ਦੀ ਸਾਰਿਆਂ ਤੇ ਖੁਸ਼ੀ ਹੁੰਦੀ ਹੈ, ਕਿਉਂਕਿ ਉਹ ਦਿਲ ਤੋਂ ਮਾਲਕ ਨਾਲ ਜੁੜਿਆ ਹੁੰਦਾ। ਪਰ ਉਹ ਸਾਰਿਆਂ ਤੇ ਮਾਇਆ ਦਇਆ ਕਰਦਾ ਹੈ, ਸਾਰਿਆਂ ਉੱਤੇ ਹੀ ਖੁਸ਼ ਹੁੰਦਾ ਹੈ। ਉਹ ਭਾਵ ਕਿ ਉਹ ਕਦੇ ਵੀ ਕਿਸੇ ਨਾਲ ਨਾਰਾਜ਼ਗੀ ਵਾਲਾ, ਗੁੱਸੇ ਵਾਲਾ ਵਰਤਾਓ ਨਹੀਂ ਕਰਦਾ ਹੈ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਉਹਦੇ ਕੋਲੋਂ ਕਦੇ ਬੁਰਾ ਹੁੰਦਾ ਹੀ ਨਹੀਂ, ਉਹ ਕਦੇ ਕਿਸੇ ਦਾ ਬੁਰਾ ਕਰਦਾ ਹੀ ਨਹੀਂ, ਕਿਉਂਕਿ ਸਾਰਿਆਂ ਵਿੱਚ ਰੱਬ ਨੂੰ ਦਿਖਦਾ ਹੈ, ਰੱਬ ਦੇ ਜੀਆਂ ਨੂੰ ਵੇਖਦਾ ਹੈ, ਉਹਦੇ ਕੋਲੋਂ ਬੁਰਾ ਨਹੀਂ ਹੁੰਦਾ। ਤੇ ਜਦੋਂ ਕੋਈ ਤੁਹਾਡਾ ਬੁਰਾ ਕਰ ਰਿਹਾ ਹੈ ਨਾ ਰੱਬ ਦੇ ਨਾਂ ਤੇ, ਸਮਝ ਲਿਓ ਉਹ ਪਾਪੀ ਹੈ। ਬਸ ਰੱਬ ਦਾ ਬਾਣਾ ਪਾ ਕੇ ਰੱਬ ਦੇ ਨਾਂ ਤੇ ਜਦੋਂ ਕੋਈ ਤੁਹਾਡਾ ਬੁਰਾ ਕਰਦਾ ਤੇ ਸਮਝ ਲਿਓ ਉਹ ਪਾਪੀ ਹੈ, ਉਹ ਰੱਬ ਦਾ ਬੰਦਾ ਨਹੀਂ। ਮੈਨੂੰ ਭਾਈ ਤਾਰੂ ਸਿੰਘ ਜੀ ਦੀ ਇੱਕ ਗੱਲ ਯਾਦ ਆ ਜਾਂਦੀ, ਜਦੋਂ ਭਾਈ ਤਾਰੂ ਸਿੰਘ ਦੇ ਘਰ ਵਿੱਚ ਅੱਜ ਸ਼ਾਮ ਪਈ ਤੇ ਇੱਕ ਬਜ਼ੁਰਗ ਮੁਸਲਮਾਨ ਪਹੁੰਚਿਆ।
क्योंकि पिंड वालियां ने उन्होंने कहा सी भी सारे पिंड दे विच रहन लई कोई जगह नहीं, सिर्फ भाई तारू सिंह अपने घर विच मुसाफरां नूं जगह दिंदे ने ते भाई तारू सिंह अपने घर नूं गुरु नानक दा घर कहिंदे हुंदे सी। भाई तारू सिंह उन्हां दी माता जी अते उन्हां दी भैण घर दे विच ने। इतिहासकार कहते हैं बजुर्ग नूं प्रसादा पानी छकाया जाता है, ये नहीं पुछया भी तू हिंदू है मुसलमान है कौन है, नहीं, प्रसादा छकाया जाता है, उहदियां अखां विच पानी आ जाता है भी एक मुसलमान नूं एक सिख प्रसादा छका रहा है। इन्ने चाह नाल जिहड़े मुसलमान रात दिन धर्म के नाम उत्ते सिखां नूं कोह के मार रहे ने हुकूमत के नशे विच। ते उस टाइम भाई तारू सिंह उन्होंने कहते नहीं प्यारिओ, तुसी रब दे बंदे हो, मैं जात पात जां धर्म के नाम उत्ते वखरेवा नहीं करता हाँ, पर जिहड़े जुल्म करते ने वो मुसलमान नहीं, वो रब दे बंदे नहीं, वो रब दे देनदार होणगे, याद रखियो, वो दोषी ने रब दे घर दे। तां उस टाइम वो एक बेनती करदा भी मैं बहुत थक्का हारा हाँ, मेरी कोई नहीं सुन रहा, कोई नहीं सुनदा मेरी। की गल होई? कहंदे मेरी धी नूं एक मुसलमान नवाब चुक के लै गया। भाई तारू सिंह सुन के गुस्से विच आ जांदे ने, एक मुसलमान दी धी मुसलमान चुक के लै गया। ते भाई तारू सिंह अपने साथी सिंघां दे नाल जाके ओदी धी नूं बा इज्जत बचा के लिआउंदे ने, ओदे हवाले करदे ने, भावें कि बाद विच सारियां गल्लां रलदियां ने ते भाई तारू सिंह दी खोपड़ी उतार दित्ती जांदी। हरभगत निरंजनीय वर्गे जिहड़े ने देश धरोई, हरभगत निरंजनीय वर्गियां दी करतूतां दे नाल। पर जदों असीं रब दे प्यारिਆਂ दा ऐसा जीवन वेखदे हां ते उन्हां दा जीवन ही इदां दा हुंदा भी उन्हां दे कोलों कदे किसे दा बुरा नहीं हुंदा, वो सबना दा भला करदे ने। ब्रह्म ज्ञानी सदा समदर्शी, क्योंकि उन्हां दी दृष्टि जिहड़ी हुंदी है, नज़र जिहड़ी हुंदी है, एक तरह दी हुंदी है, सम दृष्टि रखदे ने, सारियां ते बराबर दी निगाह रखदे ने। ये नहीं भी किसे नूं ज़्यादा किसे नूं थोड़ा, किसे वाल गुस्से की निगाह नाल, किसे वाल प्यार की निगाह नाल नहीं। उन्होंने पता होंदा भी सारे ही रब दे जी है, सारे ही रब दे प्यारे है, असीं काहनूं एवें दुश्मनी भाव रखीए। दुनिया ते किहड़ा हमेशा किसी इंसान ने बह रहना, अज आए हैं कल नूं चले जाना, आपां जदों इत्थे सदा लई बह ही नहीं रहना, फिर काहनूं एवें दुश्मनियां पालदे फिरीए असीं लोकां दे नाल, काहनूं एवें वैर विरोध पालदे फिरीए लोकां दे नाल, सदा बह रहना इस दुनिया च, इस संसार विच। जदों किसी इंसान की मौत हो जाए, उहदा संस्कार करने वास्ते जाने, सारे दे मूँह वेखण वाले हुंदे ने ते आपां ये सोच के वापस आ जाने आपां किहड़ा मरना। पर याद रखियो, मौत हर इंसान नूं आउणी है, मरना हर बंदे ने, सड़ना हर बंदे ने, बह रहना इस दुनिया च। पर फिर भी असीं मैं दा रौला पाया होया, फिर भी असीं रब तो दूर हो के एवें वैर विरोध ईर्खा द्वैश निंदा चुगली च पए होए हैं ते रब नूं भुल्ले होए। सो जेड़े रब नाल कनैक्ट ने, जेड़े रब नाल जुड़े हुए ने, वो इस तरह का वरताओ नहीं रखते। ब्रह्म ज्ञानी की दृष्टि अमृत बरसी, ओदी दृष्टि तो अमृत की वर्खा हुंदी है, क्योंकि ओदे अंदर अमृत हुंदा है। ओदी निगाह इन्नी प्यारी हुंदी भी वो अपनी निगाह दे नाल किसी दा जीवन बदल देंदे ने, क्योंकि वो रब नाल जुड़े हुंदे ने। रब नाल जुड़ के वो आप बदल चुके हुंदे ने, जेड़े जेड़े उन्हां दे कंट्रोल च आउंदे ने उन्हां दा भी जीवन बदल देंदे ने। इन्ना कु मालक उन्हां ते कृपा कर दिंदा कि उन्हां दे सुभाव विच इन्नी कु वाहिगुरू जी अपनी अमृतमई दृष्टि पा दिंदे ने। अगे ब्रह्म ज्ञानी बंधन ते मुक्ता, उन्होंने कोई बंधन नहीं हुंदा। जेड़े उस ब्रह्म नूं समझ लैंदे ने, ओदे घर नूं समझ लैंदे ने, ओदे नाल जुड़ जांदे ने दिल तो, बंधन ते मुक्ता, कोई बंधन नहीं हुंदा उन्हां नूं, किसी प्रकार का बंधन नहीं हुंदा उन्हां नूं, वो बंधनां तो आजाद हुंदे ने। असीं बज्जे होए हैं बंधनां दे विच, पर इहदा मतलब ये नहीं भी वो अपने परिवार नूं नहीं पालदे, रिश्तेदारियां नहीं निभाउंदे, फर्ज नहीं निभाउंदे, सब कुछ करदे ने पर बंधनां तो आजाद हुंदे ने। सानूं तां लखां बंधन ने, आपां छुटदे ही कित्थे हैं। लेकिन रब दा जिहड़ा प्यारा हुंदा, सारे अपने फर्ज निभाउंदा होया भी मालक दे घर विच परवान चढ़ जांदा। लेकिन साडे पैरां 'च बेड़ियां पईयां होईयां, असीं कित्थे आजाद होए हैं। ब्रह्म ज्ञानी की निर्मल जुगता, ओदी जिहड़ी जीवन जुगत हुंदी है वो निर्मल हुंदी है, मैल रहत हुंदी, वकार रहत हुंदी। भाव कि उस इंसान नूं वकार, बुरियाई, अवगण पौंदी नहीं, उहदे नेड़े भी नहीं जांदे।
ਇਹ ਸਾਰੀਆਂ ਚੀਜ਼ਾਂ ਉਹਦੇ ਤੋਂ ਦੂਰ ਰਹਿੰਦੀਆਂ ਨੇ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਕਿਉਂਕਿ ਉਹਦੀ ਜਿਹੜੀ ਖੁਰਾਕ ਹੈ ਉਹ ਗਿਆਨ ਹੈ। ਗਿਆਨ ਭਾਵ ਰੱਬ ਦੇ ਘਰ ਦੀ ਸਾਂਝ, ਰੱਬ ਦੇ ਘਰ ਦੀ ਵਡਿਆਈ, ਜਿਹੜੀ ਕਿ ਉਹਨੂੰ ਸਮਝ ਆ ਚੁੱਕੀ ਹੁੰਦੀ ਹੈ। ਉਹਦਾ ਭੋਜਨ ਅਸਲ ਦੇ ਵਿੱਚ ਹੈ ਹੀ ਇਹ ਹੈ, ਭਾਵ ਕਿ ਬ੍ਰਹਮ ਗਿਆਨੀ ਨੂੰ ਕੋਈ ਭੁੱਖ ਨਹੀਂ ਹੁੰਦੀ ਹੈ, ਰੱਬ ਨਾਲ ਜੁੜੇ ਹੋਏ ਬੰਦੇ ਨੂੰ ਕੋਈ ਭੁੱਖ ਨਹੀਂ ਹੁੰਦੀ ਹੈ। ਉਹ ਵਾਸ਼ਨਾ ਰਹਿਤ ਹੁੰਦਾ ਹੈ, ਉਹ ਤ੍ਰਿਸ਼ਨਾ ਰਹਿਤ ਹੁੰਦਾ ਹੈ। ਉਹ ਇਹ ਨਹੀਂ ਕਹਿੰਦਾ ਸਭ ਕੁਝ ਮੇਰੇ ਢਿੱਡ ਵਿੱਚ ਪੈ ਜਾਏ, ਉਹ ਕਹਿੰਦਾ ਜਿੱਥੇ ਮੈਂ ਆਪਣਾ ਪੇਟ ਪਾਲਾਂ, ਆਪਣਾ ਪਰਿਵਾਰ ਪਾਲਾਂ, ਉੱਥੇ ਮੈਂ ਦੂਸਰਿਆਂ ਦੀ ਵੀ ਜਿਹੜੀ ਹੈਲਪ ਕਰਾਂ, ਦੂਜਿਆਂ ਬਾਰੇ ਵੀ ਸੋਚਾਂ। ਏਦਾਂ ਦਾ ਜੀਵਨ ਜੇ ਕਿਤੇ ਮਿਲ ਜਾਏ ਤੇ ਵੇਖਿਓ ਕਿੰਨੀ ਮਾਲਕ ਦੀ ਕਿਰਪਾ ਹੁੰਦੀ ਹੈ। ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਕਿਉਂਕਿ ਉਹਦੀ ਜਿਹੜੀ ਸੁਰਤ ਹੈ ਉਹ ਵਾਹਿਗੁਰੂ ਦੇ ਵਿੱਚ ਜੁੜੀ ਰਹਿੰਦੀ ਹੈ, ਅਕਾਲ ਪੁਰਖ ਵਾਹਿਗੁਰੂ ਵਿੱਚ ਜੁੜੀ ਰਹਿੰਦੀ ਹੈ, ਤੇ ਹਮੇਸ਼ਾ ਉਹ ਪਰਮਾਤਮਾ ਦੇ ਨਾਲ ਅੰਦਰੋਂ ਅਤੇ ਬਾਹਰੋਂ ਜੁੜਿਆ ਰਹਿੰਦਾ, ਕਨੈਕਟ ਰਹਿੰਦਾ। ਪਿਆਰਿਓ, ਏਦਾਂ ਦਾ ਜੀਵਨ ਸਾਡਾ ਵੀ ਹੋ ਸਕਦਾ ਹੈ ਜੇ ਅਸੀਂ ਕੱਲੀ ਬਾਣੀ ਪੜ੍ਹਨੀ ਨਹੀਂ, ਬਾਣੀ ਸਮਝਣੀ ਵੀ ਸ਼ੁਰੂ ਕਰ ਦਈਏ ਤੇ ਜੀਵਨ ਵਿੱਚ ਬਦਲਾਅ ਆਏਗਾ। ਸੋ ਇਤਨੀਆਂ ਬੇਨਤੀਆਂ ਸਵੀਕਾਰ ਕਰੋ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।